दो को दिन पहला एक माई ने टैलीफोन करके कहा सी कि असीं बहुत दूर रहने हाँ, समुद्रों पार, ते साडा मन किवें मरेगा। क्योंकि साडा तुहानूं सरीरिक तल ते मिलना कठिन है, ते साडा किवें उद्धार होवेगा। इस तों पहला जो दूसरी गल उन्होंने पूछी सी, दूसरा सवाल, वो सारियां दे काम दा भी है कि तुसीं कहिंदे हो भी उद्यम करो, पुरुषार्थ करो, नाले तुसीं कहिंदे हो भी कुछ कीतियां परमात्मा मिलदा नहीं है। परमात्मा कुछ करके नहीं मिलता है। जे कुछ करन नाल परमात्मा मिल जावे फिर कर्म महत्वपूर्ण हो जाएगा, फिर लोग ओहो ही काम करके परमात्मा नूं पा लैणगे। जे कहा जाए तो भी तुसीं इन्नियां माला फेरोगे परमात्मा नूं पा लोगे, इन्नी लख माला, कई कहिंदे भी हन, इन्ने लख मंत्रां दे जाप करोगे परमात्मा नूं पा लोगे, इन्ना ध्यान लाओगे परमात्मा नूं पाओगे। वो तो फिर कुछ करके पा रहे हैं ना, ते करन नाल करतापन ही मजबूत हुंदा है, ते करन वाले ज़्यादा अहंकारी हो जाते हैं। वो कहते हैं देखो इन्नियां माला फेरदा हाँ मैं, इन्ने मंत्रां दा जाप कीता है, इन्ने पाठ कीते, इन्ना ध्यान कर रहा, इन्ना ज्ञान है मैनूं, तो उहदे नाल करतापन ही मजबूत हो जाता है। पर कुछ करन तो बिना भी नहीं मिलता है परमात्मा, करन वास्ते भी किया है। ऐसा बाबे नानक ने भी किया है, उद्यम करेंदियां दी जियो तू ते आमदियां सुख पहुंच। उद्यम करो करावो ठाकुर, पेखत साधु संग, भी तुसीं उद्यम कराओ सानू, असीं साधुआं दे संग लगीए ते तैनूं देखीए। साधु ही उद्यम कराउणगे ना। फिर उद्यम करना है, ये भी किया है, पर कुछ करके रब नहीं मिलता है। गुर किरपा गुर प्रसाद, गुर किरपा जिह नर कौ कीनी, तेह जुगत पछानी, नानक लीन पयो गोबिंद सिंह जो पानी संग पानी। देखो पर जेड़े कह रहे हैं ना उद्यम करना है, उन्हां दी गल भी ठीक है, तो दूसरी गल भी नाल नाल ही ठीक है कि तुहाडे कुछ कीतियां परमात्मा रब नहीं मिलता है। थोड़ा जिहा ख्याल करो, तवज्जो दिओ। आम सधारण धार्मिक लोग जिहड़े हन ना, वो इहो ही गल समझते हैं कुछ करके कुछ मिलता है। जिवें संसार दे विच हुण तुसीं धन कमाउणा है तो कुछ करके कमाओगे ना, उदां घर बैठे तो मिलेगा नहीं। किसी पदवी तक पहुंचना है कुछ करोगे, कुछ हासिल करना है कुछ करोगे, ये तो तुसीं जानते ही हो। सारे कहते हैं कुछ करोगे कुछ मिलेगा।
ਬਿਨਾਂ ਕੀਤਿਆਂ ਥੋੜ੍ਹੀ ਮਿਲਦਾ। ਤੇ ਇਵੇਂ ਹੀ ਧਾਰਮਿਕ ਲੋਕ ਜਿਹੜੇ ਹਨ ਉਹ ਵੀ ਇੱਦਾਂ ਹੀ ਸੋਚਦੇ ਹਨ, ਕਿਉਂਕਿ ਉਹ ਵੀ ਸੰਸਾਰੀ ਹਨ, ਸੰਸਾਰ ਦੇ ਤਲ ਤੇ ਜੀ ਰਹੇ ਹਨ, ਸੰਸਾਰੀ ਸੋਚ ਹੈ। ਉਹ ਕਹਿੰਦੇ ਹਨ ਵੀ ਤੁਸੀਂ ਅਗਰ ਪਰਮਾਤਮਾ ਨੂੰ ਵੀ ਪਾਉਣਾ ਹੈ ਤਾਂ ਵੀ ਤੁਸੀਂ ਕੁਛ ਕਰੋਗੇ ਤਾਂ ਪਾਓਗੇ। ਤੇ ਕੋਈ ਨਾਮ ਜਪਾ ਰਿਹਾ ਹੈ, ਕੋਈ ਧਿਆਨ ਲਵਾ ਰਿਹਾ ਹੈ, ਕੋਈ ਜਾਪ ਕਰਵਾ ਰਿਹਾ ਹੈ, ਕੋਈ ਸਾਧਨਾ ਕਰਵਾ ਰਿਹਾ ਹੈ। ਦੇਖੋ ਤੁਸੀਂ, ਮੈਡੀਟੇਸ਼ਨ ਹੋ ਰਿਹਾ ਹੈ, ਧਿਆਨ ਲਵਾਏ ਜਾ ਰਹੇ ਆ, ਕਈ ਬਹੁਤ ਬਹੁਤ ਮਿਹਨਤਾਂ ਕਰ ਰਹੇ ਆ। ਜਿਵੇਂ ਭਲਵਾਨ ਬਣਨ ਵਾਸਤੇ ਨਹੀਂ ਮਿਹਨਤ ਕਰਨੀ ਪੈਂਦੀ ਵੀ ਹੁਣ ਜਿੱਤਣਾ ਹੈ ਸਾਰਿਆਂ ਨੂੰ, ਇੱਦਾਂ ਸਾਧੂ ਮਹਾਤਮਾ ਵੀ ਬੜੀਆਂ ਮਿਹਨਤਾਂ ਕਰਦੇ ਹਨ। ਜਿਵੇਂ ਰੱਬ ਨੂੰ ਜਿੱਤਣਾ ਹੈ, ਪਤਾ ਨਹੀਂ ਇਹਨਾਂ ਨੇ ਕਿਹਨੂੰ ਜਿੱਤਣਾ ਹੈ, ਦੂਸਰੇ ਮਹਾਤਮਾ ਨੂੰ ਪਛਾੜ ਦੇਣਾ, ਪਿੱਛੇ ਛੱਡਣਾ ਹੈ ਵੀ ਇਹ ਦੇਖੋ ਮੈਂ ਸਾਰਿਆਂ ਤੋਂ ਅੱਗੇ ਹਾਂ ਤੇ ਬਾਕੀ ਸਭ ਪਿੱਛੇ ਹਨ, ਮੇਰੇ ਵਰਗਾ ਧਿਆਨ ਕੋਈ ਕਰਦਾ ਹੀ ਨਹੀਂ, ਮੈਂ ਮਹਾਂ ਧਿਆਨੀ, ਮਹਾਂ ਗਿਆਨੀ, ਮਹਾਂ ਤਪਸੂ। ਇਹੋ ਦੌੜ ਇੱਧਰ ਲੱਗ ਜਾਂਦੀ, ਉਹ ਸੰਸਾਰ ਵਾਲੀ ਦੌੜ। ਸੰਸਾਰ 'ਚ ਆਦਮੀ ਚਾਹੁੰਦਾ ਨਾ ਵੀ ਸਾਰਿਆਂ ਨੂੰ ਅੱਗੇ ਜਾਵਾਂ। ਧਾਰਮਿਕ ਜਗ 'ਚ ਵੀ ਇਹੋ ਬਿਮਾਰੀ ਹੈ। ਹਰ ਇੱਕ ਸਾਧੂ ਮਹਾਤਮਾ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ, ਦੂਸਰੇ ਨੂੰ ਗਲਤ ਕਹਿੰਦਾ ਹੈ ਵੀ ਇਹਨੂੰ ਕੀ ਪਤਾ ਹੈ, ਮੈਂ ਜਾਣਦਾ, ਮੈਂ ਗਿਆਨੀ, ਆਓ ਮੇਰੇ ਕੋਲ, ਮੈਂ ਤੁਹਾਨੂੰ ਦੱਸ, ਮੈਂ ਇੰਨੀ ਸਾਧਨਾ ਕੀਤੀ, ਇੰਨੇ ਚਲੀਸੇ ਕੀਤੇ, ਇੰਨੀ ਯੋਗ ਕੀਤਾ, ਇੰਨਾ ਧਿਆਨ ਕੀਤਾ, ਬਹੁਤ ਕੁਝ ਦੱਸਦੇ ਹਨ ਸਾਧੂ ਵੀ, ਮੇਰੀ ਬੜੀ ਤਪੱਸਿਆ ਹੈ, ਮੇਰੇ ਕੋਲ ਆਓ, ਮੈਂ ਜਾਣਦਾ, ਇਹਨੂੰ ਕੀ ਪਤਾ। ਤੇ ਸਾਧੂ ਮਹਾਤਮਾ ਵੀ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦੇ ਹਨ, ਐਵੇਂ ਦਿਖਾਈਏ ਸਾਰਿਆਂ ਨੂੰ ਅੱਗੇ ਮਹਾਨ। ਤੇ ਕਰਤਾ ਭਾਵ ਦਾ ਅਹੰਕਾਰ ਦੀ ਤ੍ਰਿਪਤੀ ਹੁੰਦੀ ਹੈ, ਆਦਮੀ ਹੰਕਾਰੀ ਹੋ ਜਾਂਦਾ। ਤੇ ਬਹੁਤ ਸਾਰੇ ਪੁਰਾਣੇ ਸਮਿਆਂ 'ਚ ਵੀ ਤੁਸੀਂ ਕਥਾ ਕਹਾਣੀਆਂ ਸੁਣਦੇ ਹੋ, ਤਪੀਸਰ, ਮੁਨੀਸਰ, ਜੋਗੀਸਰ, ਬਹੁਤ ਸਾਰੇ ਹੰਕਾਰੀ ਹੋ ਗਏ ਸਨ। ਕਈਆਂ ਨੂੰ ਬਾਬੇ ਨਾਨਕ ਨੇ ਵੀ ਉਪਦੇਸ਼ ਦਿੱਤਾ ਹੈ, ਉਹ ਹੰਕਾਰੀ ਸਨ, ਤਪੱਸਿਆ ਦੇ ਬਹੁਤ ਕਰਦੇ ਸਨ, ਯੋਗੀ ਸਨ, ਸਿੱਧ ਸਨ, ਨਾਥ ਸਨ, ਪਰ ਉਹ ਤਪੱਸਿਆ ਦਾ ਹੰਕਾਰ ਉਹ ਜ਼ਿਆਦਾ ਖਤਰਨਾਕ ਹੈ। ਖਿਆਲ ਵਿੱਚ ਰੱਖੇ, ਧਾਰਮਿਕ ਹੰਕਾਰ ਇਹ ਛੁੱਟਦਾ ਨਹੀਂ ਹੈ ਛੇਤੀ। ਇਹ ਸੰਸਾਰੀ ਹੰਕਾਰ ਛੁੱਟ ਜਾਂਦਾ ਹੈ ਛੇਤੀ, ਵੀ ਕੋਈ ਸੰਸਾਰੀ ਹੰਕਾਰ ਨੂੰ ਇੱਜ਼ਤ ਨਹੀਂ ਇੰਨੀ ਮਿਲਦੀ, ਧਾਰਮਿਕ ਹੰਕਾਰੀ ਨੂੰ ਤਾਂ ਇੱਜ਼ਤ ਹੀ ਬਹੁਤ ਮਿਲਦੀ ਹੈ, ਉਹ ਛੱਡਦਾ ਹੀ ਨਹੀਂ। ਜਿੱਥੇ ਇੱਜ਼ਤ ਮਿਲ ਰਹੀ ਹੋਵੇ ਵੀ ਤੁਸੀਂ ਮਹਾਨ ਹੋ, ਗਿਆਨੀ ਹੋ, ਸੰਤ ਹੋ, ਮਹਾਂਪੁਰਸ਼ ਹੋ, ਕਿੱਥੇ ਛੱਡਦਾ ਆਦਮੀ। ਤੇ ਇਸ ਹੰਕਾਰ ਜਿਹੜਾ ਧਾਰਮਿਕ ਹੈ ਉਹਨੂੰ ਛੱਡਣਾ ਵੀ ਔਖਾ ਹੈ। ਤੇ ਕਰ ਕਰਕੇ ਆਦਮੀ ਅਹੰਕਾਰੀ ਹੋ ਜਾਂਦਾ ਹੈ। ਤੇ ਫਿਰ ਕੀ ਕਰਨਾ ਨਹੀਂ ਹੈ ਕੁਝ ਵੀ ਨਹੀਂ, ਐਸਾ ਵੀ ਨਹੀਂ ਕਿਹਾ ਜਾ ਰਿਹਾ ਹੈ ਵੀ ਕਰਨਾ ਨਹੀਂ ਹੈ ਕੁਝ, ਕਰਨਾ ਤੇ ਹੈ। ਫਿਰ ਕਰਨਾ ਕਿਉਂ ਹੈ, ਇਹ ਗੱਲ ਤੁਹਾਨੂੰ ਕੋਈ ਵੀ ਧਾਰਮਿਕ ਨਹੀਂ ਦੱਸਦਾ ਹੈ। ਧਾਰਮਿਕ ਤੇ ਇਹੋ ਹੀ ਕਹਿੰਦੇ ਨੇ ਰੱਬ ਨੂੰ ਪਾਉਣਾ ਤੇ ਕੁਝ ਕਰਨਾ। ਤੇ ਮੈਂ ਕਹਿੰਦਾ ਰੱਬ ਮਿਲਦਾ ਹੀ ਨਹੀਂ ਹੈ, ਕੁਝ ਕੀਤਿਆਂ ਥੋੜ੍ਹੀ ਮਿਲਦਾ। ਕਰਨ ਦੀ ਲੋੜ ਵੀ ਕੀ ਹੈ ਰੱਬ ਨੂੰ ਨਾਲ ਪਾਉਣ ਵਾਸਤੇ, ਕਿਉਂਕਿ ਰੱਬ ਦੂਰ ਨਹੀਂ ਹੈ। ਜਿਹੜੀ ਚੀਜ਼ ਦੂਰ ਹੋਵੇ ਉਹਨੂੰ ਕੁਛ ਕਰਕੇ ਪਾਉਣਾ ਪੈਂਦਾ ਹੈ। ਸੰਸਾਰ ਤੁਹਾਡੇ ਤੋਂ ਦੂਰ ਹੈ, ਸੰਸਾਰ ਦੀਆਂ ਚੀਜ਼ਾਂ ਦੂਰ ਹਨ, ਧਨ ਦੂਰ ਹੈ, ਬੈਂਕਾਂ ਦੇ ਵਿੱਚ ਪਿਆ ਹੋਇਆ, ਹੁਣ ਕੱਢ ਕੇ ਲਿਆਉਣਾ ਹੈ ਤਾਂ ਕੁਝ ਕਰਨਾ ਹੀ ਪਊਗਾ। ਜੋ ਦੂਰ ਹੈ ਉਹਨੂੰ ਪਾਉਣ ਵਾਸਤੇ ਕੁਝ ਕਰਨਾ, ਪਰ ਪਰਮਾਤਮਾ ਦੂਰ ਥੋੜ੍ਹੀ, ਉਹ ਦੂਰ ਥੋੜ੍ਹੀ ਹੈ ਤੁਹਾਡੇ ਤੋਂ, ਪਰ ਤੁਸੀਂ ਦੂਰ ਹੋ ਗਏ ਹੋ। ਖਿਆਲ ਕਰੋ ਕਿਉਂ ਹੋ ਗਏ ਹੋ, ਕਿਉਂਕਿ ਤੁਸੀਂ ਉਹਦੇ ਨਾਲ ਜੁੜ ਗਏ ਹੋ, ਉਧਰ ਨੂੰ
ਤੁਰ ਪਏ ਹੋ, ਉਧਰ ਨੂੰ ਖਿਆਲ ਕਰ ਲਿਆ ਹੈ ਤੁਸੀਂ, ਜਿਵੇਂ ਕਹਿ ਲਈਏ ਵੀ ਪਿੱਠ ਮੋੜ ਲਈ ਹੈ, ਧਿਆਨ ਕਰ ਲਿਆ। ਕਿੱਧਰ ਨੂੰ? ਝੂਠ ਨੂੰ, ਝੂਠ ਵੱਲ, ਅਸੱਤ ਵੱਲ। ਅਸੱਤ ਵੱਲ ਜਦੋਂ ਤੁਸੀਂ ਧਿਆਨ ਕਰੋਗੇ ਤਾਂ ਸੱਤ ਵੱਲ ਪਿੱਠ ਹੋ ਜਾਣੀ, ਬਸ ਇੰਨਾ ਹੀ ਫਰਕ। ਫਿਰ ਅਸੱਤ ਵੱਲ ਧਿਆਨ ਕੀਤਾ ਕਿਉਂ ਹੈ? ਕਿਉਂਕਿ ਅਸੱਤ ਦੇ ਨਾਲ ਤੁਹਾਡਾ ਜੋੜ ਬਣ ਗਿਆ। ਤੁਸੀਂ ਅਸੱਤ ਨੂੰ ਆਪਣਾ ਮੰਨ ਲਿਆ, ਤੁਸੀਂ ਕਹਿ ਲਿਆ ਵੀ ਇਹ ਸਾਡਾ ਹੈ, ਉਹਦੇ ਨਾਲ ਤੁਸੀਂ ਜੁੜ ਗਏ। ਇਸ ਕਰਕੇ ਧਿਆਨ ਬਾਹਰ ਜਾ ਰਿਹਾ ਹੈ ਨਾ, ਸੰਸਾਰ ਵੱਲ। ਘਰ ਨੂੰ ਆਪਣਾ ਸਮਝ ਲਿਆ, ਘਰ ਵੱਲ ਧਿਆਨ ਜਾਣ ਲੱਗ ਪਿਆ। ਪਰਿਵਾਰ ਨੂੰ ਆਪਣਾ ਸਮਝ ਲਿਆ, ਪਰਿਵਾਰ ਵੱਲ ਖਿਆਲ ਜਾਣ ਲੱਗ ਪਿਆ। ਹੈ ਥੋੜੀ ਆਪਣਾ ਕੁਛ ਵੀ। ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ, ਤਿਸ ਨਾਲ ਕਿਉਂ ਚਿੱਤ ਲਾਈ। ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤਨ ਤੂੰ ਪਛਤਾਈ। ਤੁਸੀਂ ਚਿੱਤ ਲਾ ਲਿਆ, ਕਹਿੰਦੇ ਇਹੋ ਜਿਹਾ ਕੰਮ ਨਾ ਕਰੋ, ਚਿੱਤ ਨਾ ਲਾਓ, ਨਹੀਂ ਤੇ ਪਛਤਾਓਗੇ ਅੰਤ ਵੇਲੇ। ਤੇ ਦੇਖੋ ਬਾਬੇ ਨਾਨਕ ਦੀ ਵੀ ਗੱਲ ਨਹੀਂ ਮੰਨਦੇ ਲੋਕ, ਕਹਿ ਦਿੰਦੇ ਹਨ ਸਾਡਾ ਗੁਰੂ, ਅਸੀਂ ਉਹਦੇ ਸਿੱਖ। ਉਹ ਕਹਿੰਦੇ ਅੰਤ ਪਛੋਤਾ ਹੈ, ਤੁਸੀਂ ਪਛਤਾਓਗੇ ਚਿੱਤ ਲਾ ਕੇ, ਕਿਉਂਕਿ ਇਹ ਝੂਠ ਹੈ, ਇਹ ਛੱਡਣਾ। ਤੇ ਜੇ ਤੁਸੀਂ ਜੀਂਦੇ ਜੀ ਛੱਡਣ ਨੂੰ ਤਿਆਰ ਨਹੀਂ ਹੋ ਤੇ ਮਰਨ ਵੇਲੇ ਕਿਵੇਂ ਛੱਡੋਗੇ? ਹਾਵੀ ਤਾਂ ਸੋਚੋ। ਹੁਣ ਧਿਆਨ ਹਟਾਉਣ ਨੂੰ ਤਿਆਰ ਹੀ ਨਹੀਂ। ਤੇ ਤੁਸੀਂ ਆਪਣੇ ਸਮਝ ਲਿਆ ਬੱਚੇ ਆਪਣੇ ਹੈ ਸਾਡੇ। ਤੁਸੀਂ ਸੋਚਿਆ ਕਦੀ ਵੀ ਮਾਂ ਦੇ ਗਰਭ ਦੇ ਵਿੱਚ ਜੋ ਬੱਚਾ ਪਲਦਾ ਹੈ, ਉਦੋਂ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿੱਥੋਂ ਉਹਦੀਆਂ ਅੱਖਾਂ ਬਣ ਜਾਂਦੀਆਂ, ਕਿੱਥੋਂ ਉਹਦਾ ਸਾਰਾ ਸਰੀਰ ਬਣਦਾ ਹੈ, ਐਨ ਟੋਟਲ ਤਿਆਰ ਹੁੰਦਾ। ਤੁਸੀਂ ਬਣਾਉਂਦੇ ਹੋ? ਕੀ ਬਣਾਇਆ ਹੈ ਤੁਸੀਂ? ਕੁਝ ਵੀ। ਸਭ ਰੱਬ ਨੇ ਬਣਾਇਆ ਹੈ, ਉਹਦਾ ਸਰੀਰ, ਉਹਨੂੰ ਤਿਆਰ ਕੀਤਾ। ਤੁਸੀਂ ਕਹਿੰਦੇ ਸਾਡਾ, ਆਪਣੀ ਮੋਹਰ ਲਾ ਦਿੰਦੇ, ਬਾਹਰ ਆ ਗਿਆ ਤੇ ਸਾਡਾ ਬੱਚਾ। ਤੁਹਾਡਾ ਕਿੱਥੋਂ ਹੋ ਗਿਆ? ਇਹ ਤੇ ਉਹਦੀ ਦਾਤ ਹੈ। ਇਸ ਕਰਕੇ ਕਹਿੰਦੇ ਨਾ ਉਹਦੀਆਂ ਦਾਤਾਂ ਸਾਰੇ। ਉਸकी ਵਸਤ, ਉਹਦੀ ਵਸਤੂ ਹੈ। ਜਿਸ ਕੀ ਵਸਤ ਸ ਆਗੇ ਰੱਖ ਕੇ ਪ੍ਰਭ ਕੀ ਆਗਿਆ ਮਾਨੇ ਮਤ। ਜੇ ਤੁਸੀਂ ਕਹਿ ਦੋ ਵੀ ਤੇਰਾ ਹੈ ਤੇ ਤੂੰ ਸੌਂਪ, ਤੇ ਤੁਸੀਂ ਹਟ ਜਾਓ ਪਿੱਛੇ, ਚਿੰਤਾ ਛੱਡੋ। ਦੇਖੋ ਉਸ ਤੇ ਚੌਗੁਣ ਕਰੇ ਨਿਹਾਲ, ਨਿਹਾਲ ਹੀ ਨਾਲ ਕਾ ਹੋ ਜਾਓਗੇ। ਪਰ ਤੁਸੀਂ ਛੱਡਦੇ ਹੀ ਨਹੀਂ ਹੋ। ਤੁਸੀਂ ਕਹਿੰਦੇ ਮੇਰਾ ਮੇਰਾ, ਮੇਰੀ ਮੇਰੀ ਕਹਿਰੋ ਕਰਦੇ ਦਰੋਜਨ ਦੀ ਪਾਈ। ਉਹ ਵੀ ਮੇਰੀ ਮੇਰੀ ਕਰਦੇ। ਸਾਡਾ ਇਲਾਕਾ ਦੇਖੋ, ਸਾਡੇ ਭਾਈ ਕਿੱਡੇ ਕਿੱਡੇ ਯੋਧੇ ਮਹਾਨ, ਹੈ ਕੋਈ ਟਕਰਾਉਣ ਵਾਲਾ? ਛੱਡਦੇ ਨਹੀਂ ਅਸੀਂ, ਸਭ ਮਿਟ ਗਏ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਮੇਰੇ ਮੇਰੇ ਕਰਕੇ ਤੁਸੀਂ ਬੰਧਨ ਦੇ ਵਿੱਚ ਬੰਧ ਰਹੇ। ਮੇਰਾ ਹੈ ਇਹੋ ਤੇ ਬੰਧਨ ਹੈ, ਤੇ ਤੁਸੀਂ ਮੇਰਾ ਹੈ, ਆਪਣਾ ਹੈ ਸਮਝ ਲਿਆ, ਤੇ ਉਹਦੇ ਨਾਲ ਜੁੜ ਗਏ। ਉਹਦਾ ਤੁਸੀਂ ਚਿੰਤਨ ਕਰਨ ਲੱਗ ਪਏ, ਤੇ ਤੁਸੀਂ ਬਾਹਰ ਝੂਠ ਦੇ ਨਾਲ ਜੁੜ ਗਏ। ਸੱਤ ਤੁਹਾਡੇ ਅੰਦਰ ਹੈ, ਸੱਤ ਦੂਰ ਨਹੀਂ ਹੈ। ਦਰਅਸਲ ਝੂਠ ਦੂਰ ਹੈ ਤੁਹਾਡੇ ਤੋਂ, ਤੁਸੀਂ ਝੂਠ ਦੇ ਨਾਲ ਜੁੜ ਰਹੇ ਹੋ, ਜੋ ਦੂਰ ਹੈ ਉਹਦੇ ਨਾਲ। ਫਿਰ ਕੁਛ ਕਰਨਾ ਹੈ, ਉਦਮ ਕਰਨਾ ਹੈ, ਕਾਹਦੇ ਵਾਸਤੇ? ਝੂਠ ਨੂੰ ਛੱਡਣ ਵਾਸਤੇ। ਖਿਆਲ ਵਿੱਚ ਰੱਖੋ। ਇਹ ਜੋ ਕਿਹਾ ਜਾ ਰਿਹਾ ਹੈ ਨਾ, ਇਹ ਅਜੋਕੇ ਸਮੇਂ ਦਾ ਧਰਮ ਹੈ। ਰਸਤਾ ਕਹਿ ਲਈ, ਮਾਰਗ ਕਹਿ ਲਈ। ਹਰ ਹਰ ਸਮੇਂ ਦੇ ਅੰਦਰ ਜਿਹੜਾ ਵੀ ਜਾਗਰਤ ਪੁਰਸ਼ ਹੁੰਦਾ ਹੈ, ਉਸ ਸਮੇਂ ਦੇ ਆਧਾਰ ਤੇ ਹੀ ਜਾਣਦਾ ਹੈ। ਤੇ ਜੋ ਜਾਣਦਾ ਹੈ
ਉਸ ਸਮੇਂ ਦੇ ਆਧਾਰ ਤੇ ਜਿਹੜੇ ਸੁਣ ਰਹੇ ਹਨ ਉਹਨਾਂ ਨੂੰ ਦੱਸਦਾ ਹੈ। ਇੱਧਰ ਕਿਹਾ ਜਾ ਰਿਹਾ ਹੈ ਵੀ ਕੁਛ ਕਰਨਾ ਹੈ ਛੱਡਣ ਵਾਸਤੇ, ਪਾਉਣ ਵਾਸਤੇ ਨਹੀਂ। ਧਾਰਮਿਕ ਲੋਕ ਕਹਿੰਦੇ ਕੁਛ ਪਾਉਣ ਵਾਸਤੇ ਕੁਝ ਕਰਨਾ ਹੈ, ਇਹੋ ਹੀ ਗਲਤੀ ਹੈ। ਉਹ ਕੋਸ਼ਿਸ਼ ਕਰ ਰਹੇ ਹਨ ਪਾਉਣ ਵਾਸਤੇ, ਪਰ ਜਿੰਨਾ ਚਿਰ ਤੁਸੀਂ ਛੱਡਣ ਨੂੰ ਤਿਆਰ ਨਾ ਹੋਵੋਗੇ ਉਹ ਮਿਲਦਾ ਨਹੀਂ ਹੈ। ਤੇ ਛੱਡਣ ਨੂੰ ਕੋਈ ਨਹੀਂ ਕਹਿੰਦਾ। ਸੰਸਾਰ ਛੁੱਟਦਾ ਹੈ, ਸੰਸਾਰ ਤੋਂ ਮੁਕਤ ਹੋਣਾ ਹੈ ਨਾ। ਝੂਠ ਤੋਂ ਮੁਕਤ ਹੋਵੋਗੇ ਤਾਂ ਹੀ ਸੱਚ ਪਾਓਗੇ। ਮੁਕਤ ਹੋਣ ਵਾਸਤੇ ਕੋਈ ਨਹੀਂ ਕਹਿੰਦਾ ਹੈ ਝੂਠ ਤੋਂ ਮੁਕਤ ਹੋਣਾ ਹੈ, ਸੰਸਾਰ ਤੋਂ ਮੁਕਤ ਹੋਣਾ, ਕੂੜ ਤੋਂ ਮੁਕਤ ਹੋਣਾ ਹੈ। ਕੂੜ ਰਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੋਈ ਨਹੀਂ ਕਹਿੰਦਾ ਹੈ ਝੂਠ ਤੋਂ ਮੁਕਤ ਹੋਣਾ। ਸੱਚ ਨੂੰ ਪਾਉਣਾ ਹੈ ਤੇ ਕੋਸ਼ਿਸ਼ ਕਰ ਰਿਹਾ ਹੈ, ਕਦੀ ਨਹੀਂ ਮਿਲਦਾ। ਬੜੇ ਬੜੇ ਤਪੇਸ਼ਰ ਹਾਰ ਗਏ, ਮਨੀਸ਼ਰ ਹਾਰ ਗਏ। ਹੁਣ ਵੀ ਇਦਾਂ ਹੀ ਚੱਲ ਰਿਹਾ ਹੈ। ਬੇਸਮਝ ਲੱਗੇ ਹੋਏ ਹਨ ਕੋਸ਼ਿਸ਼ ਕਰਨ, ਪਰ ਕੋਸ਼ਿਸ਼ ਨਾਕਾਮ ਹੋ ਰਹੀ ਹੋਵੇਗੀ, ਕਿਉਂਕਿ ਝੂਠ ਨੂੰ ਛੱਡੋਗੇ। ਤੇ ਫਿਰ ਦੂਸਰੀ ਗੱਲ ਖਿਆਲ ਵਿੱਚ ਇਹ ਰੱਖਣ ਯੋਗ ਹੈ, ਜੋ ਇੱਧਰ ਕਿਹਾ ਜਾ ਰਿਹਾ ਹੈ ਜ਼ਿਆਦਾ ਸਾਰਥਕ ਹੈ। ਅਗਰ ਤੁਸੀਂ ਧਿਆਨ ਪੂਰਵਕ ਥੋੜਾ ਜਿਹਾ ਸਮਝ ਲਓ, ਖਿਆਲ ਕਰੋ। ਝੂਠ ਨੂੰ ਤੁਸੀਂ ਫੜਿਆ ਹੋਇਆ ਹੈ, ਝੂਠ ਦਾ ਤੁਸੀਂ ਚਿੰਤਨ ਕਰ ਰਹੇ ਹੋ। ਅਗਰ ਕਿਹਾ ਜਾਵੇ ਵੀ ਸੱਚ ਨੂੰ ਪਾਉਣ ਵਾਸਤੇ ਕੁਝ ਕਰੋ, ਤੁਸੀਂ ਝੂਠ ਨੂੰ ਨਹੀਂ ਛੱਡੋਗੇ। ਤੇ ਝੂਠ ਨੂੰ ਛੱਡੋਗੇ ਨਹੀਂ ਤੇ ਸੱਚ ਦਾ ਚਿੰਤਨ ਹੋਵੇਗਾ ਹੀ ਨਹੀਂ, ਹੁੰਦਾ ਹੀ ਨਹੀਂ ਹੈ। ਬਹੁਤ ਲੱਗੇ ਹੋਏ ਹਨ, ਬੜਾ ਧਿਆਨ ਲਾਉਂਦੇ ਹਨ, ਸ਼ਬਦ ਦੇ ਵਿੱਚ ਸੁਰਤ ਜੋੜਦੇ ਹਨ, ਕੋਈ ਸਵਾਸਾਂ 'ਚ ਜੋੜ ਰਿਹਾ ਹੈ, ਬੜੀਆਂ ਕੋਸ਼ਿਸ਼ਾਂ ਕਰਦੇ ਹਨ, ਨਾਮ ਜਪਦੇ ਹਨ, ਨਹੀਂ ਧਿਆਨ ਲੱਗਦਾ, ਲੱਗ ਨਹੀਂ ਸਕਦਾ, ਕਿਉਂਕਿ ਝੂਠ ਵੱਲੋਂ ਧਿਆਨ ਹਟ ਨਹੀਂ ਰਿਹਾ ਹੈ। ਤੇ ਦੂਸਰੀ ਗੱਲ ਜ਼ਿਆਦਾ ਸਾਰਥਕ ਹੈ ਜੋ ਇੱਧਰ ਕਹੀ ਜਾ ਰਹੀ ਹੈ ਵੀ ਤੁਸੀਂ ਝੂਠ ਵੱਲੋਂ ਧਿਆਨ ਹਟਾਓ। ਤੁਸੀਂ ਧਿਆਨ ਕਰੋ ਝੂਠ ਵੱਲੋਂ ਧਿਆਨ ਹਟਾਉਣ ਵਾਸਤੇ, ਤੁਸੀਂ ਸਿਮਰਨ ਕਰੋ ਝੂਠ ਵੱਲੋਂ ਧਿਆਨ ਹਟਾਉਣ ਵਾਸਤੇ, ਤੁਸੀਂ ਧਿਆਨ ਛੱਡਣ ਵਾਸਤੇ ਧਿਆਨ ਕਰੋ, ਸਿਮਰਨ ਕਰੋ, ਉਦਮ ਕਰੋ, ਪਰਮਾਤਮਾ ਨੂੰ ਪਾਉਣ ਵਾਸਤੇ ਨਹੀਂ। ਖਿਆਲ ਵਿੱਚ ਰੱਖੋ। ਪੁਰਾਣੇ ਸਮੇਂ 'ਚ ਇਹ ਠੀਕ ਸੀ, ਬਾਬੇ ਨਾਨਕ ਦੇਵ ਜੀ ਦੇ ਸਮੇਂ 'ਚ, ਕਿਉਂਕਿ ਉਸ ਸਮੇਂ ਪਦਾਰਥਵਾਦ ਨਹੀਂ ਸੀ ਇੰਨਾ, ਤੇ ਇਸ ਕਰਕੇ ਉਹਨਾਂ ਨੇ ਕਰਨ ਵਾਸਤੇ ਵੀ ਬਹੁਤ ਕਿਹਾ ਹੈ, ਪਰ ਫਿਰ ਵੀ ਉਹਨਾਂ ਨੇ ਨਾਲ ਨਾਲ ਝੂਠ ਨੂੰ ਛੱਡਣ ਵਾਸਤੇ ਵੀ ਕਿਹਾ ਹੈ। ਮਿਥਿਆ ਤਨ ਤਨ ਕੁਟੰਬ ਸੁਭਾਇਆ, ਇਹ ਸਭ ਕੁਛ ਮਿਥਿਆ ਹੈ, ਇਹਨੂੰ ਛੱਡਣਾ ਝੂਠ ਹੈ। ਤੇ ਜੋ ਕਿ ਸਮੇਂ 'ਚ ਜ਼ਿਆਦਾ ਸਹਿਜ ਹੈ ਤੇ ਵਾਸਤਵਿਕ ਵੀ ਹੈ, ਮੌਜੂ ਵੀ ਹੈ ਵੀ ਬਾਹਰੋਂ ਧਿਆਨ ਹਟਾਓ, ਝੂਠ ਵੱਲੋਂ ਧਿਆਨ ਹਟਾ ਲਓ। ਹਟਾਉਣ ਵਾਸਤੇ ਸਾਧਨਾ ਕਰਨੀ, ਧਿਆਨ ਕਰਨਾ, ਸਿਮਰਨ ਕਰਨਾ। ਅਗਰ ਤੁਸੀਂ ਟੋਟਲ ਧਿਆਨ ਹਟਾ ਲਓਗੇ ਨਾ ਤੇ ਤੁਸੀਂ ਜਾਣੋਗੇ ਵੀ ਅਸੀਂ ਸੱਤ ਦੇ ਵਿੱਚ ਬੈਠੇ ਹੋਏ, ਤੁਸੀਂ ਹੋ ਉੱਥੇ ਹੀ। ਤੁਸੀਂ ਸਿਰਫ ਸੋਚ ਕੇ ਬਾਹਰ ਜਾ ਰਹੇ ਹੋ। ਜਿਵੇਂ ਪਿੱਛੇ ਇੱਕ ਸ਼ਬਦ ਦੀ ਵਿਚਾਰ ਕੀਤੀ ਸੀ ਨਾ, ਵੀ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛਤ ਰਾਜ ਬਿਰਛੁਤ ਦੁਖ ਪਾਇਆ, ਸੋਗਤ ਪਈ ਹਮਾਰੀ। ਰਵਿਦਾਸ ਜੀ ਕਹਿੰਦੇ ਹਨ ਇਹ ਹਾਲਤ ਸਾਡੀ ਹੋ ਗਈ। ਸੁੱਤੇ ਸੀ ਰਾਜ ਸਿੰਘਾਸਨ ਤੇ, ਸੁਪਨਾ ਦੇਖ ਰਹੇ ਹਾਂ ਭਿਖਾਰੀ ਦਾ, ਤੇ ਭਿਖਾਰੀ ਹੋ ਗਏ। ਏਦਾਂ ਹੀ ਤੁਸੀਂ ਆਪਣੇ ਘਰ ਹੀ ਹੋ, ਘਰ ਤੋਂ ਬਾਹਰ ਤੁਸੀਂ ਵੈਸੇ ਹੀ ਜਾ ਰਹੇ ਹੋ ਜੈਸੇ ਕੋਈ ਸੁਪਨਾ ਦੇਖ ਰਿਹਾ ਹੋਵੇ ਬਾਹਰ ਦਾ ਘਰ। ਖਿਆਲ ਕਰੋ ਥੋੜਾ ਜਿਹਾ। ਇਸੇ ਕਰਕੇ ਸੰਸਾਰ ਨੂੰ ਸੁਪਨਾ ਕਿਹਾ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਇਹ ਸੰਸਾਰ।
ਤੁਸੀਂ ਘਰ ਹੀ ਹੋ, ਪਰ ਘਰ ਤੋਂ ਬਾਹਰ ਤੁਸੀਂ ਸੁਪਨਾ ਦੇਖ ਰਹੇ ਹੋ। ਜਿਵੇਂ ਸਮਰਾਟ ਆਪਣੇ ਸਿੰਘਾਸਨ ਤੇ ਪਿਆ ਹੋਇਆ ਹੈ ਨਾ, ਤੇ ਸੁਪਨਾ ਦੇਖ ਰਿਹਾ ਹੈ। ਇਹੋ ਹੀ ਭਰਮ ਹੈ। ਮਾਧਵੇ ਕਿਆ ਕਹੀਏ ਭਰਮੈ, ਜੈਸਾ ਜਾਣੀ ਹੋਏ ਨ ਤੈਸਾ। ਇਹੋ ਹੀ ਭਰਮ ਹੈ। ਭਰਮ ਪੈ ਗਿਆ, ਭੁਲੇਖਾ ਪੈ ਗਿਆ। ਤੁਸੀਂ ਜੋ ਸੁਪਨੇ 'ਚ ਦੇਖ ਰਹੇ ਹੋ ਉਹਨੂੰ ਸੱਚ ਸਮਝ ਬੈਠੇ। ਤੁਸੀਂ ਘਰ ਹੀ ਹੋ, ਘਰ ਤੋਂ ਬਾਹਰ ਦਾ ਸੁਪਨਾ ਦੇਖ ਰਹੇ ਹੋ। ਤੂੰ ਜੋ ਦੇਖ ਰਹੇ ਹੋ ਉਹਨੂੰ ਸੱਚ ਸਮਝ ਰਹੇ ਹੋ, ਉਹਦੇ ਨਾਲ ਜੁੜ ਰਹੇ ਹੋ। ਤੇ ਸੁਪਨੇ ਨੂੰ ਛੱਡ ਦਿਓ ਤੇ ਤੁਸੀਂ ਜਾਣੋਗੇ ਤੁਸੀਂ ਘਰੇ ਹੀ ਹੋ, ਬਾਹਰ ਗਏ ਹੀ ਨਹੀਂ ਕਦੇ। ਤੁਸੀਂ ਬਾਹਰ ਥੋੜ੍ਹੀ ਜਾ ਸਕਦੇ। ਸੁਪਨਾ ਬਾਹਰ ਦਾ ਦੇਖ ਸਕਦੇ ਹੋ। ਮਨ ਸੁਪਨਾ ਦੇਖ ਰਿਹਾ ਹੈ ਬਾਹਰ ਦਾ, ਤੁਸੀਂ ਸੁਪਨਾ ਬਾਹਰ ਦਾ ਸੰਸਾਰ ਦਾ ਦੇਖ ਰਹੇ ਹੋ। ਬਾਹਰ ਜਾ ਥੋੜੀ ਰਹੇ ਹੋ ਤੁਸੀਂ। ਨਰਪਤ ਏਕ ਸਿੰਘਾਸਨ ਸੋਇਆ, ਖਿਆਲ ਵਿੱਚ ਰੱਖੋ ਤੁਸੀਂ ਆਪਣੇ ਸਿੰਘਾਸਨ ਤੇ ਸੁੱਤੇ ਹੋ। ਉਹ ਪਰਮਾਤਮਾ ਦਾ ਸਿੰਘਾਸਨ ਹੈ। ਤੁਸੀਂ ਸਭ ਸਮਰਾਟ ਹੋ, ਪਰਮਾਤਮਾ ਦੇ ਪੁੱਤਰ ਹੋ, ਪਰ ਸੁਪਨਾ ਬਾਹਰ ਸੰਸਾਰ ਦਾ ਦੇਖ ਰਹੇ ਹੋ ਤੇ ਭਿਖਾਰੀ ਬਣ ਗਏ। ਭੀਖ ਮੰਗ ਰਹੇ ਹੋ ਸੰਸਾਰ 'ਚ ਸੁੱਖ ਦੀ। ਕਿਸੇ ਕੋ ਕੁਛ ਮੰਗ ਰਹੇ ਹੋ, ਕਿਸੇ ਕੋ ਕੁਛ ਮੰਗ ਰਹੇ ਹੋ, ਮੰਗਤੇ ਬਣਦੇ ਫਿਰਦੇ। ਧਾਰਮਿਕ ਲੋਕ ਵੀ ਮੰਗਤੇ ਹੀ ਹਨ, ਥਾਂ ਥਾਂ ਤੇ ਭੱਜੇ ਫਿਰਦੇ ਮੰਗੀ ਜਾਂ ਸੰਸਾਰ 'ਚ ਮੰਗ ਰਹੇ। ਧਾਰਮਿਕ ਸਥਾਨ ਵੀ ਸੰਸਾਰ 'ਚ ਹੀ ਬਣੇ ਹੋਏ ਹਨ, ਤੇ ਉੱਥੇ ਮੰਗੀ ਜਾਂਦੇ। ਮੰਗਣਾ ਛੱਡੋ। ਜਿਹਦੇ ਤੋਂ ਸਭ ਕੁਝ ਪੈਦਾ ਹੋਇਆ ਹੈ ਉਹ ਤੁਹਾਡੇ ਅੰਦਰ ਹੈ ਤੇ ਤੁਸੀਂ ਉਹਦੇ ਨਾਲ ਹੋ। ਤੇ ਤੁਸੀਂ ਸੁਪਨਾ ਬਾਹਰ ਦਾ ਦੇਖ ਰਹੇ ਹੋ, ਤੇ ਜੋ ਦੇਖ ਰਹੇ ਹੋ ਉਹਦੇ ਨਾਲ ਜੁੜ ਕੇ ਉਹਨੂੰ ਛੱਡਣਾ ਹੈ। ਛੱਡਣ ਵਾਸਤੇ ਕੁਝ ਕਰਨਾ ਹੈ। ਧਿਆਨ ਹਟਾਉਣ ਵਾਸਤੇ ਧਿਆਨ ਕਰਨਾ ਹੈ, ਸਿਮਰਨ ਕਰਨਾ ਹੈ ਸੰਸਾਰ ਦਾ ਧਿਆਨ। ਤੁਸੀਂ ਆਪਣੇ ਸਮਝ ਰਹੇ ਹੋ ਬੱਚਿਆਂ ਨੂੰ, ਪਰਿਵਾਰ ਕਰਨ। ਤੁਹਾਡਾ ਕੁਛ ਥੋੜ੍ਹੀ, ਤੁਹਾਡਾ ਤਾਂ ਕੁਛ ਵੀ ਨਹੀਂ। ਤੁਹਾਡਾ ਇਹ ਸਰੀਰ ਵੀ ਨਹੀਂ, ਸਰੀਰ ਵੀ ਤੁਹਾਨੂੰ ਮਿਲਿਆ ਹੈ। ਤੁਹਾਡਾ ਨਾਮ ਵੀ ਨਹੀਂ ਹੈ, ਨਾਮ ਵੀ ਤੁਹਾਨੂੰ ਮਿਲਿਆ। ਜਾਤ ਗੋਤ ਦੇਖੋ ਤੁਸੀਂ, ਕਮਾਲ ਦੀ ਗੱਲ ਇਹ ਵੀ ਸਮਝੋ। ਇੱਕ ਬਲਜੀਤ ਸਿੰਘ ਬੈਂਸ ਨੇ ਇੱਕ ਲਿੰਕ ਭੇਜਿਆ ਸੀ ਗਰੁੱਪ ਵਿੱਚ, ਤੇ ਕੁਦਰਤੀ ਹੱਥ ਲੱਗਾ ਤੇ ਉਹ ਖੁੱਲ੍ਹ ਗਿਆ। ਉਹਦੇ ਵਿੱਚ ਜ਼ਰੂਰੀ ਸੂਚਨਾ ਲਿਖੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਰਦਮਸ਼ੁਮਾਰੀ ਹੋਵੇਗੀ, ਕਿ ਤੁਸੀਂ ਜਿੱਥੇ ਜਾਤ ਜਾਂ ਧਰਮ ਲਿਖਿਆ ਹੋਵੇਗਾ ਨਾ, ਉੱਥੇ ਸਿੱਖ ਲਿਖਣਾ ਹੈ। ਜਦੋਂ ਤੁਸੀਂ ਮਰਦਮਸ਼ੁਮਾਰੀ ਵਾਲਾ ਪਰਚਾ ਭਰੋਗੇ। ਨਹੀਂ ਤੇ ਤੁਹਾਨੂੰ ਹਿੰਦੂ ਸਮਝ ਲਿਆ ਜਾਵੇਗਾ। ਦੇਖੋ ਹੁਣ ਇਹ ਜੋ ਇੱਧਰ ਕਿਹਾ ਜਾ ਰਿਹਾ ਹੈ, ਇਹਨਾਂ ਨੂੰ ਰੰਚਕ ਮਾਤਰ ਵੀ ਸਮਝ ਵਿੱਚ ਨਹੀਂ ਆ ਰਹੀ ਹੈ ਗੱਲ। ਇਹ ਤੇ ਜੇ ਜਾਤਾਂ ਪਾਤਾਂ 'ਚ ਉਲਝੇ ਹੋਏ ਹਨ। ਬੜੀ ਗਹਿਰੀ ਛਾਪ ਹੈ ਦੇਖੋ ਇਹ ਜਾਤਾਂ ਦੀ। ਹੁਣ ਤੁਹਾਨੂੰ ਕੋਈ ਸਿੱਖ ਨਾ ਕਹਿ ਕੇ ਹਿੰਦੂ ਕਹਿ ਦੇਵੇਗਾ, ਤੁਸੀਂ ਬਦਲ ਜਾਓਗੇ? ਮੈਂ ਪੁੱਛਦਾ। ਅਸੀਂ ਪਿੱਛੇ ਜੇ ਭਰਮਣ ਤੇ ਗਏ ਸੀ ਨਾ, ਤੇ ਸਾਡਾ ਪਹਿਰਾਵਾ ਵੀ ਹੋਰ ਤਰ੍ਹਾਂ ਦਾ ਹੁੰਦਾ, ਹਰ ਜਗ੍ਹਾ ਹੀ ਬਦਲਦਾ ਰਹਿੰਦਾ।
ਤੇ ਲੋਕ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਤਾਂ ਅਸੀਂ ਤੇ ਉਹੋ ਹੀ ਹਾਂ ਨਾ। ਬਾਹਰੋਂ ਕੋਈ ਕੁਛ ਕਹਿ ਦੇਵੇ, ਹਿੰਦੂ ਕਹਿ ਦੇਵੇ, ਮੁਸਲਮਾਨ ਕਹਿ ਦੇਵੇ, ਈਸਾਈ ਕਹਿ ਦੇ, ਆਦਮੀ ਤਾਂ ਉਹੋ ਹੀ ਰਹਿੰਦਾ ਹੈ ਨਾ। ਕਹਿਣ ਨਾਲ ਥੋੜ੍ਹੀ ਬਦਲ ਜਾਂਦਾ ਹੈ। ਬਾਬੇ ਨਾਨਕ ਨੂੰ ਕਿੰਨਾ ਕੁਝ ਕਿਹਾ ਸੀ ਲੋਕਾਂ ਨੇ। ਕੋਈ ਫਕੀਰ ਕਹਿੰਦਾ ਸੀ, ਕੋਈ ਪੀਰ ਕਹਿੰਦਾ ਸੀ, ਕੋਈ ਦੇਵ ਕਹਿੰਦਾ ਸੀ, ਕੋਈ ਗੁਰੂ ਕਹਿੰਦਾ ਸੀ। ਉਹ ਤੇ ਉਹੀ ਹਨ ਨਾ ਬਾਬਾ ਨਾਨਕ, ਪਰ ਉਹ ਕਿਸੇ ਦੇ ਨਾਲ ਵੀ ਨਹੀਂ ਜੁੜੇ। ਤੇ ਉਹਨਾਂ ਨੇ ਤੁਹਾਨੂੰ ਵੀ ਕਿਹਾ ਸੀ ਵੀ ਕਿਸੇ ਦੇ ਨਾਲ ਜੁੜੋ ਨਾ। ਉਹਨਾਂ ਨੇ ਬੜਾ ਪਿਆਰਾ ਸ਼ਬਦ ਦਿੱਤਾ ਸੀ, ਸਿੱਖ। ਸਿੱਖ ਕਿਹਾ ਸੀ ਉਹਨੂੰ ਜਿਹੜਾ ਗੁਰੂ ਕੋਲ ਸਿੱਖਿਆ ਲੈਣ ਵਾਸਤੇ ਆਇਆ, ਉਪਦੇਸ਼ ਲੈਣ ਵਾਸਤੇ ਆਇਆ ਸੀ ਕਿ ਮੈਨੂੰ ਉਪਦੇਸ਼ ਦਿਓ। ਉਹਨੂੰ ਸਿੱਖ ਕਿਹਾ ਸੀ। ਪਰ ਸਿੱਖ ਵੀ ਇੱਕ ਜਾਤੀ ਬਣ ਗਈ, ਧਰਮ ਬਣ ਗਿਆ। ਜਿਵੇਂ ਹਿੰਦੂ ਧਰਮ ਹੈ, ਇਸਲਾਮ ਹੈ, ਈਸਾਈ ਏਦਾਂ ਹੀ ਸਿੱਖ ਹੋ ਗਏ। ਤੇ ਸਿੱਖ ਸ਼ਬਦ ਹੰਕਾਰ ਦਾ ਪ੍ਰਤੀਕ ਬਣ ਗਿਆ। ਦੇਖੋ, ਹੈਗਾ ਸੀ ਵਿਨਮਰਤਾ ਦਾ ਪ੍ਰਤੀਕ ਤੇ ਬਣ ਗਿਆ ਹੰਕਾਰ ਦਾ ਪ੍ਰਤੀਕ। ਆਦਮੀ ਆਪਣੇ ਆਪ ਨੂੰ ਸਿੱਖ ਕਹਾਉਂਦਾ ਹੈ ਕਿ ਮੈਂ ਕੋਈ ਖਾਸ ਹਾਂ, ਦੇਖੋ ਮੈਂ ਸਿੱਖ ਹਾਂ, ਮੇਰੇ ਗੁਰੂ ਮਹਾਨ, ਮਹਾਨ ਗੁਰੂਆਂ ਦਾ ਮੈਂ ਸਿੱਖ ਹਾਂ। ਇਸੇ ਕਰਕੇ ਹਰ ਧਰਮ ਦਾ ਆਦਮੀ ਆਪਣੇ ਧਾਰਮਿਕ ਆਗੂਆਂ ਨੂੰ ਮਹਾਨ ਦੱਸਦਾ ਹੈ, ਕਿਉਂਕਿ ਉਹ ਮਹਾਨ ਹੋਣਗੇ ਤਾਂ ਹੀ ਤੁਸੀਂ ਮਹਾਨ ਹੋਵੋਗੇ। ਜਿੰਨੇ ਉਹ ਮਹਾਨ ਜ਼ਿਆਦਾ ਹੋਣਗੇ, ਉਨੇ ਤੁਸੀਂ ਜ਼ਿਆਦਾ ਮਹਾਨ ਹੋ। ਤੇ ਪਹਿਲਾਂ ਬ੍ਰਾਹਮਣ ਅਖਵਾਉਂਦਾ ਸੀ ਵੀ ਮੈਂ ਬ੍ਰਾਹਮਣ ਹਾਂ, ਦੇਖੋ ਮੇਰੇ ਵੱਲ, ਹੰਕਾਰ ਦਾ ਪ੍ਰਤੀਕ। ਹੁਣ ਸਿੱਖ ਹੋ ਗਏ। ਕੋਈ ਖਾਲਸਾ ਕਹਾਉਣ ਲੱਗ ਜਾਂਦਾ ਹੈ। ਖਾਲਸਾ ਵੀ ਵਿਨਮਰਤਾ ਦਾ ਪ੍ਰਤੀਕ ਹੈ ਵੀ ਖਾਲਸ ਹੋ ਗਿਆ, ਜਿਹੜਾ ਕੁਝ ਵੀ ਨਹੀਂ ਰਿਹਾ, ਰੇਣ ਹੋ ਗਿਆ, ਸਾਰਿਆਂ ਦੀ ਧੂੜ ਹੋ ਗਈ, ਮਿਟ ਗਿਆ, ਖਾਲਸ ਹੋ ਗਿਆ। ਉਹਨੂੰ ਖਾਲਸਾ ਕਿਹਾ ਸੀ। ਵੀ ਅਜੋਕੇ ਸਮੇਂ 'ਚ ਦੇਖੋ, ਪਹਿਰਾਵਾ ਪਾ ਕੇ, ਮੁੱਛਾਂ ਨੂੰ ਵੱਟ ਦੇ ਕੇ, ਤਾਂ ਉੱਤੇ ਗੋਲ ਪੱਗ ਬੰਨ੍ਹ ਕੇ, ਵੱਡੀ ਸਾਰੀ ਤਲਵਾਰ ਫੜ ਲੈਣੀ, ਫਿਰ ਕਹਿਣਾ ਮੈਂ ਖਾਲਸਾ। ਹੰਕਾਰ ਦਾ ਪ੍ਰਤੀਕ ਬਣ ਗਿਆ ਨਾ। ਦੇਖੋ ਸ਼ਬਦਾਂ ਨਾਲ ਕੈਸੀ ਦੁਰਗਤੀ ਹੁੰਦੀ। ਤੇ ਸਿੱਖ ਸ਼ਬਦ ਵਿਨਮਰਤਾ ਦਾ ਪ੍ਰਤੀਕ ਸੀ, ਹੰਕਾਰ ਦਾ ਪ੍ਰਤੀਕ ਬਣ ਗਿਆ। ਫਿਰ ਦੂਸਰੀ ਗੱਲ ਇਹ ਹੈ ਵੀ ਕਿਸੇ ਨੂੰ ਕੋਈ ਕੁਛ ਕਹਿ ਵੀ ਦੇਵੇ, ਉਹ ਹੋ ਥੋੜ੍ਹੀ ਜਾਂਦਾ ਹੈ। ਤੁਹਾਨੂੰ ਸਿੱਖ ਵੀ ਕੋਈ ਕਹਿ ਦੇਵੇ, ਤੁਸੀਂ ਸਿੱਖ ਹੋ ਥੋੜ੍ਹੀ ਜਾਣਾ, ਤੇ ਹੋ ਵੀ ਨਹੀਂ, ਕਿਉਂਕਿ ਸਿੱਖਿਆ ਤੇ ਹਾਸਲ ਕੀਤੀ ਨਹੀਂ ਅਜੇ ਬਾਬੇ ਨਾਨਕ ਦੀ। ਬਾਬੇ ਨਾਨਕ ਨੇ ਕਿਹਾ ਸੀ ਵੀ ਜਾਤ ਕਾ ਗਰਭ ਨਾ ਕੀਜੇ ਮੂੜ, ਵੀ ਜਾਤ ਪਾਤ 'ਚ ਨਾ ਫਸੋ, ਤੁਸੀਂ ਫਸੇ ਹੋਏ। ਤੇ ਕਹਿਣ ਨਾਲ ਥੋੜ੍ਹੀ। ਹੁਣ ਸਾਧੂ ਮਹਾਤਮਾ ਆਪਣੇ ਆਪ ਨੂੰ ਸੰਤ ਕਹਾਉਂਦੇ ਕਈ, ਹੁਣ ਸੰਤ ਕਹਿਣ ਨਾਲ ਸੰਤ ਥੋੜ੍ਹੀ ਬਣ ਜਾਂਦਾ ਕੋਈ। ਹੁਣ ਕਿਸੇ ਨੇ ਲਿਖਵਾਇਆ ਹੁੰਦਾ ਬ੍ਰਹਮ ਗਿਆਨੀ 108 ਸ਼੍ਰੀ ਸ਼੍ਰੀ ਫਲਾਨਾ, ਹੁਣ ਉਹ ਬ੍ਰਹਮ ਗਿਆਨੀ ਹੋ ਥੋੜ੍ਹੀ ਜਾਊ। ਕਹੀ ਜਾਓ, ਭਾਵੇਂ ਸਾਰੇ ਕਹੀ ਜਾਣ ਬ੍ਰਹਮ ਗਿਆਨੀ, ਉਹ ਰਹਿਣਾ ਤੇ ਉਹੋ ਜਿਹਾ ਜਿਸ ਤਰ੍ਹਾਂ ਦਾ ਹੈ ਉਹ। ਤੇ ਜਿਹੜੇ ਲਿਖਵਾ ਰਹੇ ਹੈ ਹੁੰਦੇ ਹੀ ਜ਼ਿਆਦਾਤਰ ਮੂੜ ਹਨ। ਤੇ ਕਹਿਣ ਨਾਲ ਥੋੜ੍ਹੀ ਹੁੰਦਾ ਹੈ। ਕੋਈ ਕੁਛ ਕਹੀ ਜਾਵੇ, ਤੁਹਾਡਾ ਨਾਮ ਤੁਹਾਡਾ ਥੋੜ੍ਹੀ ਹੈ। ਇਹ ਤੇ ਮਾਂ ਪਿਓ ਨੇ ਦੇਤਾ ਤੁਹਾਡਾ ਨਾਮ, ਤੁਸੀਂ ਉਹਦੇ ਨਾਲ ਜੁੜ ਕੇ। ਨਾਮ ਵੀ ਤੁਹਾਡਾ ਨਹੀਂ ਹੈ, ਜਾਤ ਵੀ ਤੁਹਾਡੀ ਨਹੀਂ ਹੈ, ਕਿਸੇ ਨੇ ਦੇ ਦਿੱਤੀ ਜਾਤ। ਜਦੋਂ ਬੱਚਾ ਪੈਦਾ ਹੁੰਦਾ ਹੈ ਬਿਲਕੁਲ ਨਿਰਦੋਸ਼ ਹੁੰਦਾ ਹੈ, ਉਹਦੀ ਨਾ ਕੋਈ ਜਾਤ ਨਾ ਕੋਈ ਪਾਤ। ਪਰ ਬਾਹਰ ਆਣ ਕੇ ਵੇਖੋ ਬੰਦਾ ਕਿੰਨਾ ਉਲਝ ਜਾਂਦਾ ਹੈ। ਤੇ ਜਾਤਾਂ ਪਾਤਾਂ ਕਰਕੇ ਕਿੰਨੇ ਝਗੜੇ ਹੁੰਦੇ ਆ, ਕਿੰਨੇ ਵਿਵਾਦ ਹੁੰਦੇ ਆ। ਉਹੋ ਦੀ ਸਰਕਾਰ ਮੂੜ ਹੈ ਬੇਸਮਝ, ਉਹਨਾਂ ਨੂੰ ਚਾਹੀਦਾ ਹੈ ਜਾਤਾਂ ਪਾਤਾਂ ਖਤਮ ਕਰ ਦੇਣ। ਚਾਹੀਦੀਆਂ ਨਹੀਂ ਹਨ ਜਾਤਾਂ ਪਾਤਾਂ। ਮਨ ਹੁੱਕੇ ਜਾਤ ਸਭ ਏਕੇ ਪਹਿਚਾਨ, ਸਾਰੇ ਇੱਕੋ ਜਿਹੇ ਹਨ, ਸਾਰੇ ਪਰਮਾਤਮਾ ਦੇ ਚਲਾਏ ਚੱਲ ਰਹੇ ਆ। ਜਾਤ ਪਾਤ 'ਚ ਕਿਉਂ ਪਾ ਰਹੇ ਤੁਸੀਂ? ਸਗੋਂ ਜ਼ਿਆਦਾ ਬਿਹਤਰ ਰਹੇਗਾ ਜਿਵੇਂ ਟੈਲੀਫੋਨ ਦੇ ਨੰਬਰ ਹੁੰਦੇ ਹਨ,
कोई पुछ लेंदा तेरा किन्ना नंबर है, वो दस दिंदा मेरे टैलीफोन का नंबर। इदां नंबर होने चाहिए बंदियां दे। नाम तो भी पता लग जाता है हिंदू मुसलमान है या सिख। नाम ना हो, सिर्फ नंबर होण ते कितनी सहज होवेगी दुनिया जिथे जात पात ना होवेगी। ख्याल विच रखो, बहुत शांति हो जाएगी। नंबर के आधार पर किसी का भी नहीं पता लगेगा भी कौन कौन है। जात पात करके बहुत झगड़े होंगे ते जात पात मिटा भी नहीं रहे हैं राजनीतिक लोग, क्योंकि जात पात करके ही ये राजनीति कर रहे हैं। कुर्सियां भी इन्हों जात पात करके मिलदियां हैं ते बहुत झगड़े होंदे हैं ज़्यादातर इस देश दे विच जात पात कर। जाति पाति जिहड़ी है वो सिर्फ सिखाई हुई है थोड़ी। तुसी शरीर भी नहीं हो तो किसी ने तुहानू कोई नाम देता वो थोड़ी हो, वो तो सिर्फ ख्याल ही है। हाँ, नाम तो बिना गल नहीं बनती है, चलती नहीं है, क्योंकि लोग ज़्यादा हैं। ज़्यादा दुनिया होगी तो कुछ ना कुछ किसी को बुलाने वास्ते, किसी को जान वास्ते कोई ड्रैस चाहिए है। पर अगर तुसी कल्ले ही हो समझ लो धरती फिर कोई नाम जात पात की लोड़ पऊ किसी की भी नहीं पैनी। तो उपयोगी है पर यह सत्य नहीं है, ख्याल विच रखो। ये सिर्फ काम चलाऊ है संसार विच। ते जात पात जिहड़ी है ना ये भी छड्डनी है। समाजिक सिक्ख्या छड्डनी है, धार्मिक सिक्ख्या भी छड्डनी। इहदे च भी मन लगा होया, इहदे कारण भी तुसीं बाहर जा रहे हो। ये छड्डनी बड़ी औखी है। धार्मिक उपदेश, धार्मिक सिक्ख्या बड़ी गहरी बैठती है आदमी, बहुत प्रीतिकर भी होंदी है, छड्डदा नहीं आदमी। किन्हें सिखा दिता तू सिख है बस वो गहरे बैठ। हुण परमात्मा को तुसीं जाओगे, अगर तुसीं कुछ भी कह दिता ना, परमात्मा ने पूछया भी तुसीं कौन हो, तुसीं कहा भी असीं सिख हाँ जां हिंदू हाँ मुसलमान, फिर तुसीं परमात्मा दे नेड़े ही नहीं जा सकते। परमात्मा दे नेड़े ते हो जाता है जिहड़ा कहता है मैं कुछ भी नहीं हाँ, ना हिंदू ना मुसलमान, कुछ भी नहीं हाँ। कहता नहीं है, बोलता ही नहीं है, मौन हो जाता है। कहने वाला बचता ही नहीं, जिहड़ा बचता ही नहीं वो परमात्मा की गल वकड़ी च पहुँच जाता है। क्योंकि परमात्मा की कोई जात पात थोड़ी। अगर परमात्मा जिहा होना है, परमात्मा वर्गा होना है, तो सब कुछ छड्डो। इस करके परमात्मा दे कोई धर्म, कोई जात, कोई पात थोड़ी है। परमात्मा निर्लेप, संसार नालों निर्लेप है परमात्मा, संसार च हुंदा होया। अगर तुसीं भी परमात्मा जिहा होना तो निर्लेप हो जो संसार। यही तो किया जा रहा है। देखो तुहानूं गल समझ विच आवे, पर आउंदे ही नहीं है ना। तुसीं बाहरलियां धारणावां बहुत पकड़ रखियां, उन्हां नूं संभालिया होया, उन्हां नूं ही विचारी जांदे। उन्हां नूं छड्डो कूड़ कबाड़ नूं, आ गल सीधी समझो। परमात्मा जिहा होना है तो परमात्मा संसार तो निर्लेप है, संसार विच रहिंदा होया। तुसीं भी निर्लेप हो जाओ। निर्लेप का की अर्थ है? निर्लेप का अर्थ है भी जुदा हो जाओ, संसार च रहिंदे होए ही संसार तू बाहर हो जाओ, संसार तुहानूं स्पर्श ना करे, इन्नी निर्लेप हो जाओ। निर्लेप किवें हो? ध्यान करके लेप हो रहे, सुरत करके लेप हो रहे। तो सुरत नूं बाहरों हटाउणा है, ध्यान नूं बाहरों हटाउणा है।
ਤੇ ਨਿਰਲੇਪ ਹੋ ਜਾਊ। ਤੇ ਨਿਰਲੇਪ ਹੋਣਾ ਹੈ, ਤੇ ਨਿਰਲੇਪ ਹੋਣ ਵਾਸਤੇ ਕੁਝ ਕਰਨਾ ਹੈ। ਖਿਆਲ ਵਿੱਚ ਰੱਖੋ, ਛੱਡਣ ਵਾਸਤੇ ਕੁਝ ਕਰਨਾ, ਤਿਆਗਣ ਵਾਸਤੇ ਕੁਝ ਕਰਨਾ। ਇਹ ਅਗਰ ਤੁਹਾਨੂੰ ਸਮਝ ਵਿੱਚ ਆ ਜਾਵੇ ਤੇ ਅਜੋਕੇ ਸਮੇਂ ਬਹੁਤ ਹੀ ਸੁਖਾਲਾ ਹੈ ਤੇ ਸਹਿਜ ਹੈ। ਜਿਹੜੇ ਪਰਮਾਤਮਾ ਨੂੰ ਪਾਉਣ ਵਾਸਤੇ ਕੁਝ ਕਰਦੇ ਹਨ ਉਹ ਹਾਰ ਜਾਂਦੇ ਹਨ, ਕਿਉਂਕਿ ਪਰਮਾਤਮਾ ਨੂੰ ਪਾਉਣ ਵਾਸਤੇ ਕੁਝ ਕਰਨ ਦੀ ਲੋੜ ਨਹੀਂ। ਪਰਮਾਤਮਾ ਤੁਹਾਡੇ ਅੰਦਰ ਹੀ ਹੈ। ਬਾਹਰ ਤੁਸੀਂ ਕੁਝ ਫੜਿਆ ਹੋਇਆ ਹੈ ਤੇ ਬਾਹਰ ਦੀ ਪਕੜ ਛੱਡਣੀ ਹੈ। ਬਾਹਰ ਤੁਹਾਡਾ ਧਿਆਨ ਜਾ ਰਿਹਾ, ਧਿਆਨ ਦੁਆਰਾ ਤੁਸੀਂ ਵੀ ਬਾਹਰ ਜਾ ਰਹੇ ਹੋ ਤੇ ਬਾਹਰ ਸੰਸਾਰ ਨਾਲ ਜੁੜ ਰਹੇ ਹੋ ਅੰਦਰੇ ਹੀ, ਪਰ ਧਿਆਨ ਦੁਆਰਾ ਬਾਹਰ ਜਾ ਰਹੇ ਹੋ। ਜਿਵੇਂ ਸੁਪਨੇ 'ਚ ਕੋਈ ਬਾਹਰ ਜਾ ਰਿਹਾ, ਪਿਆ ਤੇ ਘਰੇ ਹੀ ਹੈ, ਪਰ ਸੁਪਨਾ ਬਾਹਰ ਦਾ ਦੇਖ ਰਿਹਾ ਹੈ ਤੇ ਬਾਹਰ ਹੀ ਸੋਚ ਰਿਹਾ ਹੈ। ਤੇ ਸੁਪਨੇ 'ਚ ਭੀਖ ਮੰਗ ਰਿਹਾ ਹੈ ਤੇ ਦੁਖੀ ਹੋ ਰਿਹਾ, ਸੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ। ਹੁਣ ਉਹਨੂੰ ਤੁਸੀਂ ਜਗਾਓ ਵੀ ਸੁਪਨਾ ਛੱਡ, ਤੂੰ ਭਿਖਾਰੀ ਨਹੀਂ ਆ, ਤੂੰ ਦੁਖੀ ਹੋ ਰਿਹਾ, ਪਰੇਸ਼ਾਨ ਹੋ ਰਿਹਾ, ਛੱਡ ਦੇ ਸਭ ਕੁਝ। ਪਰ ਉਹ ਕਵੇ ਨਹੀਂ। ਸੁਪਨਾ ਦੇਖਦਾ ਦੇਖਦਾ ਆਦਮੀ ਸੁਪਨੇ ਨੂੰ ਸੱਚ ਸਮਝ ਲੈਂਦਾ ਹੈ, ਸਮਝਿਆ ਹੋਇਆ ਹੈ, ਛੱਡਦੇ ਹੀ ਨਹੀਂ ਸੁਪਨਾ। ਕੋਈ ਸਿੱਖ ਦਾ ਸੁਪਨਾ ਦੇਖਣ ਲੱਗ ਜਾਂਦਾ, ਮੈਨੂੰ ਸਿੱਖ ਕਹੋ ਦੱਸੋ। ਕੋਈ ਕਹਿੰਦਾ ਹਿੰਦੂ ਕਹੋ। ਦੇਖੋ ਕੋਈ ਬਰਦਾਸ਼ਤ ਨਹੀਂ ਕਰਦਾ ਹੈ। ਦੇਖੋ ਦੂਸਰੇ ਜਾਤ ਨੂੰ ਨੀਵੀਂ ਸਮਝਦਾ ਹੋਵੇਗਾ ਤਾਂ ਹੀ ਨਹੀਂ ਬਰਦਾਸ਼ਤ ਕਰ ਰਿਹਾ ਵੀ ਮੈਨੂੰ ਹਿੰਦੂ ਕਹਿ ਤਾ ਮੈਂ ਨੀਵਾਂ ਹੋ ਜਾਣਾ। ਇੱਦਾਂ ਹੀ ਸਾਰੇ ਸੋਚਦੇ ਹਨ। ਮੁਸਲਮਾਨ ਵੀ ਸੋਚਦੇ ਹਨ ਵੀ ਸਾਨੂੰ ਹਿੰਦੂ ਕਹਿ ਦਿੱਤਾ ਹੈ ਤੇ ਅਸੀਂ ਪਤਿਤ ਹੋ ਗਏ ਕਹਿਣ ਨਾਲ। ਦੇਖੋ ਤੇ ਜਾਤ ਪਾਤ ਨੂੰ ਛੱਡਣਾ ਹੈ। ਸਾਧੂ ਮਹਾਤਮਾ ਵੀ ਜਾਤ ਪਾਤ ਨੂੰ ਨਹੀਂ ਛੱਡਦੇ ਹਨ। ਉਹਨਾਂ ਨੂੰ ਪੁੱਛੋ, ਘਰ ਬਾਹਰ ਛੱਡ ਦਿੰਦੇ, ਸੰਸਾਰ ਛੱਡ ਜਾਂਦੀ, ਜਾਤੀ ਪਾਤੀ ਨਾ ਬੜਾ ਮੋਹ। ਸਭ ਕੁਝ ਛੱਡਣਾ ਹੈ ਤੇ ਛੁਟਕਾਰੇ ਵਾਸਤੇ ਕੁਝ ਕਰਨਾ ਹੈ। ਇੱਧਰ ਛੁਟਕਾਰੇ ਵਾਸਤੇ, ਬੰਧਨ ਮੁਕਤ ਹੋਣ ਵਾਸਤੇ ਕੁਝ ਕਰਨਾ ਹੈ। ਉਹੀ ਕਿਹਾ ਜਾ ਰਿਹਾ ਹੈ ਵੀ ਆਓ ਤੁਹਾਨੂੰ ਦੱਸੀਏ ਬੰਧਨ ਮੁਕਤ ਕਿਵੇਂ ਹੋਣਾ ਹੈ। ਬਾਹਰੋਂ ਧਿਆਨ ਹਟਾਓ, ਜਾਤਾਂ ਪਾਤਾਂ ਛੱਡੋ ਸਭ ਕੁਝ। ਕਾਮੀ ਕ੍ਰੋਧੀ ਲਾਲਚੀ ਤੇ ਭਗਤ ਨਾ ਹੋਏ, ਭਗਤ ਕਰੇ ਕੋ ਸੂਰਮਾ, ਜਾਤ ਵਰਨ ਕੁਲ ਖੋਏ।